ਤੁਹਾਡੇ ਬਿਆਨ ਤੇ ਵੀ ਕਈ ਲੋਕ ਇਤਰਾਜ਼ ਜਤਾ ਰਹੇ ਨੇ ਕਿ ਮੀਡੀਆ ਦਾ ਕੰਮ ਹੁੰਦਾ ਹੈ ਕਿ ਜੋ ਹੋ ਰਿਹਾ ਉਸ ਨੂੰ ਦਰਸਾਉਣਾ, ਪੱਖਪਾਤ ਨਹੀਂ ਹੋਣਾ, ਇੱਕ ਧਿਰ ਨਹੀਂ ਬਣਨਾ। ਤੁਸੀਂ ਹੁਣ ਇੱਕ ਧਿਰ ਬਣ ਕੇ ਕਿਸਾਨਾਂ ਦਾ ਸਾਥ ਦੇ ਰਹੇ ਹੋ, ਕਿ ਇਹ ਜ਼ਰੂਰੀ ਹੈ? ਕਿਉਂਕਿ ਮਸਲਾ ਤਾਂ ਸਿਰਫ ਕਿਸਾਨਾਂ ਦਾ ਹੈ, ਆਮ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਦੋ ਗੱਲਾਂ ਜੀ ਇਹਦੇ ਵਿੱਚ, ਇੱਕ ਧਿਰ ਬਣ ਕੇ ਆਪਾਂ ਸਾਥ ਦੇ ਰਹੇ ਹਾਂ ਤੇ ਦੂਜਾ ਇਹ ਬੰਦਾ ਸਿਰਫ ਕਿਸਾਨਾਂ ਦਾ ਹੈ ਮਸਲਾ ਤੁਸੀਂ ਕਹਿੰਦੇ ਹੋ। ਤਾਂ ਗੱਲ ਇਹ ਹੈ ਜੀ ਕਿ ਇੱਕ ਨਾ ਇੱਕ ਦਿਨ ਜ਼ਿੰਦਗੀ 'ਚ ਆਉਂਦਾ ਹੈ ਜਦੋਂ ਹਰ ਬੰਦੇ ਨੂੰ, ਹਰ ਅਦਾਰੇ ਨੂੰ ਇੱਕ ਸਟੈਂਡ ਲੈਣਾ ਪੈਂਦਾ ਹੈ ਜੀ। ਕੱਲ ਨੂੰ ਦੇਸ਼ ਤੇ ਅਟੈਕ ਹੋ ਜਾਏ, ਤੁਸੀਂ ਕੀ ਕਹੋਗੇ ਜੀ? ਮੈਂ ਤੇ ਅਟੈਕ ਕਰਨ ਵਾਲੇ ਦੀ ਵੀ ਗੱਲ ਕਰਾਂਗਾ ਤੇ ਦੇਸ਼ ਦੀ ਵੀ ਗੱਲ ਕਰਾਂਗਾ। ਤੁਸੀਂ ਦੇਸ਼ ਦੇ ਨਾਲ ਰਹੋਗੇ, ਸੱਚ ਦੇ ਨਾਲ ਰਹਿਣਾ। ਇਹ ਸਾਡੇ ਗੁਰੂਆਂ ਪੀਰਾਂ ਨੇ, ਪੈਗੰਬਰਾਂ ਨੇ ਇਹੀ ਸਿਖਾਇਆ, ਸੱਚ ਦੇ ਨਾਲ ਰਹਿਣਾ ਪੈਣਾ ਜੀ। ਤੁਸੀਂ ਦੋਵੇਂ ਧਿਰਾਂ ਦੀ ਗੱਲ ਦਿਖਾਉਂਦੇ ਹੋ, ਆਪਾਂ ਦਿਖਾ ਰਹੇ ਹਾਂ ਅਜੇ ਵੀ। ਜੋ ਸਰਕਾਰ ਕਹਿ ਰਹੀ ਹੈ ਆਪਾਂ ਉਹ ਵੀ ਦਿਖਾ ਰਹੇ ਹਾਂ, ਜੋ ਕਿਸਾਨ ਕਹਿ ਰਹੇ ਆਪਾਂ ਉਹ ਵੀ ਦਿਖਾ ਰਹੇ ਹਾਂ। ਲੇਕਿਨ ਐਜ਼ ਅਦਾਰਾ, ਐਜ਼ PTC ਵੀ ਆਰ ਸਟੈਂਡਿੰਗ ਵਿਦ ਫਾਰਮਰਸ। ਰੀਜ਼ਨ ਇਹ ਹੈ ਵੀ ਫਰਮਲੀ ਬਿਲੀਵ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਉਹ ਸੱਚ ਦੀ ਆਵਾਜ਼ ਹੈ। ਵੀ ਬਿਲੀਵ ਇਟ, ਨਾਟ ਓਨਲੀ ਅਸ, ਐਕਚੁਅਲੀ ਦ ਹੋਲ ਕੰਟਰੀ ਬਿਲੀਵਸ ਇਨ ਇਟ। ਸਾਰਾ ਦੇਸ਼, ਸਭ ਜਿਨ੍ਹਾਂ ਨੂੰ ਕਿਸਾਨੀ ਦੀ ਜ਼ਰਾ ਵੀ ਸਮਝ ਹੈ, ਜਿਨ੍ਹਾਂ ਨੂੰ ਗਰੀਬਾਂ ਦੀ ਜ਼ਰਾ ਵੀ ਸਮਝ ਹੈ, ਜਿਨ੍ਹਾਂ ਨੂੰ ਦੇਸ਼ ਦੀ ਜ਼ਰਾ ਵੀ ਸਮਝ ਹੈ, ਉਹ ਇਸ ਵੇਲੇ ਇਹ ਕਹਿ ਰਹੇ ਹੈ ਕਿ ਕਿਸਾਨ ਬਿਲਕੁਲ ਠੀਕ ਕਰ ਰਹੇ ਨੇ। ਆਪਣਾ ਫਰਜ਼ ਸੀ ਕਿਸਾਨਾਂ ਤੇ ਸਰਕਾਰਾਂ ਦੇ ਵਿੱਚ ਬ੍ਰਿਜ ਬਣਨ ਦਾ। ਆਪਾਂ ਕੋਸ਼ਿਸ਼ ਕੀਤੀ ਤੇ ਆਪਾਂ ਕੋਸ਼ਿਸ਼ ਕਰਦੇ ਰਵਾਂਗੇ। ਆਪਾਂ ਇਹ ਨਹੀਂ ਕਦੇ ਕਿਹਾ ਕਿ ਕੋਸ਼ਿਸ਼ ਛੱਡ ਦਾਂਗੇ, ਇਹ ਲੱਗੀ ਰਹੇਗੀ, ਹਮੇਸ਼ਾ ਜਾਰੀ ਰਹੇਗੀ ਕੋਸ਼ਿਸ਼ ਕਿ ਆਪਾਂ ਦੋਹਾਂ ਦੀ ਆਵਾਜ਼ ਦੋਹਾਂ ਤੱਕ ਪਹੁੰਚਾਈਏ ਤੇ ਜੋ ਉਹਦੇ ਵਿੱਚ ਸਹੀ ਨਿਕਲਦਾ ਹੈ ਉਹ ਸਹੀ ਲੋਕਾਂ ਤੱਕ ਪਹੁੰਚਾਈਏ। ਪਰ ਇੱਕ ਗੱਲ ਰਵਿੰਦਰ ਨਾਰਾਇਣ ਜੀ, ਮੇਰਾ ਸਵਾਲ ਮੈਂ ਦੁਹਰਾ ਦਿੰਦਾ, ਜਿਹੜੀ ਗੱਲ ਤੇ ਤੁਸੀਂ ਆ ਰਹੇ ਹੋ, ਆਮ ਲੋਕਾਂ 'ਚ ਵੀ ਚਰਚਾ ਹੈ। ਅਸੀਂ ਬੜੇ ਸਾਰੇ ਐਜੀਟੇਸ਼ਨ ਦੇਖੇ ਨੇ, ਬੜੇ ਸਾਰੇ ਸੰਘਰਸ਼ ਦੇਖੇ ਨੇ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਫਲਾਣੀ ਧਿਰ ਦਾ ਐਜੀਟੇਸ਼ਨ ਹੋ ਰਿਹਾ, ਸੰਘਰਸ਼ ਹੋ ਰਿਹਾ, ਉਹਦੇ ਵਿੱਚ ਕੋਈ ਹੋਰ ਧਿਰ ਨਹੀਂ ਜਾਂਦੀ, ਵੀ ਸਰਕਾਰ ਜਾਣੇ ਤੇ ਉਹ ਧਿਰ ਜਾਣੇ। ਪਰ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਮਸਲਾ ਸਿਰਫ ਕਿਸਾਨਾਂ ਦਾ ਨਹੀਂ ਹੈ, ਇਹ ਹਰ ਆਮ ਲੋਕ ਦਾ, ਜਿਹੜਾ ਰੋਟੀ ਖਾਂਦਾ, ਹਰ ਇੱਕ ਦਾ ਮਸਲਾ ਹੈ। ਕਿਵੇਂ ਹੈ ਉਹ ਜ਼ਰਾ ਬਰੀਫ ਕਰਕੇ ਸਮਝਾਓ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਭਾਵੇਂ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਹੋਵੇ ਨਾ ਹੋਵੇ, ਲੋਕਾਂ ਨੂੰ ਹੋਣੀ ਚਾਹੀਦੀ ਹੈ। ਜੋ ਇਹ ਐਜੀਟੇਸ਼ਨ ਕਿਸਾਨ ਕਰ ਰਹੇ ਹੈ, ਕਿਸਾਨਾਂ ਨੂੰ ਕੀ ਹੋਣਾ ਜੀ? ਜੇ ਕਿਸਾਨ, ਸਰਕਾਰ ਇੱਕ ਰੁਪਇਆ ਵੀ ਨਾ ਦੇਵੇ ਉਹਨਾਂ ਨੂੰ, ਉਹਨਾਂ ਦਾ ਕੀ ਹਰਜਾ ਹੋ ਜਾਣਾ? ਉਹਨਾਂ ਦਾ ਕੀ ਘਾਟਾ ਪੈ ਜਾਣਾ? ਉਹ ਤਾਂ ਆਪਣੇ ਖੇਤ ਵਿੱਚ ਆਪਣੇ ਜੀਣ ਜੋਗਾ ਅੰਨ ਹਮੇਸ਼ਾ ਪੈਦਾ ਕਰਨਗੇ। ਲੱਕੜ ਕੱਟ ਕੇ ਮੰਜਾ ਵੀ ਬਣਾ ਲੈਣਗੇ, ਕਪਾਹ ਬੋ ਕੇ ਕੱਪੜੇ ਵੀ ਸੀ ਲੈਣਗੇ, ਆਪਣੇ ਬੁਣ ਲੈਣਗੇ, ਸਾਰਾ ਕੁਝ ਕਰ ਲੈਣਗੇ। ਉਹਨਾਂ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਣਾ। ਜੇ ਆਪਾਂ ਸੋਚੀਏ ਕੋਈ ਆਪਣੇ ਪ੍ਰੋਫਿਟ ਲਈ, ਇਹਦੇ ਲਈ, ਉਹਦੇ ਲਈ ਨਹੀਂ ਲੜ ਰਹੇ, ਉਹ ਤਾਂ ਸਿਰਫ ਐਗਜ਼ਿਸਟੈਂਸ ਲਈ ਲੜ ਰਹੇ ਹੈ। ਨਾਲੇ ਲੜਾਈ ਹੈ, ਜੋ ਅਨਾਜ ਉਹ ਪੈਦਾ ਕਰਦੇ ਹੈ ਉਹ ਸਾਡੇ ਘਰਾਂ 'ਚ ਆਉਂਦਾ ਹੈ। ਆਪਾਂ ਕੋਟ ਪੈਂਟ ਪਹਿਨ ਕੇ ਅੱਜ ਘਰਾਂ 'ਚ ਬੈਠੇ ਹਾਂ, ਪੀਜ਼ੇ ਬਰਗਰ ਖਾ ਰਹੇ ਹੈ। ਉਹ 5 ਰੁਪਏ ਦਾ ਆਲੂ ਵੇਚਦਾ ਹੈ, ਆਪਾਂ 500 ਰੁਪਏ ਦਾ ਪੀਜ਼ਾ ਖਾਂਦੇ, ਉਹਦਾ ਬਣਿਆ ਹੋਇਆ। ਇਹ ਜਦੋਂ ਅੱਜ ਦੀ ਡੇਟ ਵਿੱਚ ਇਹ ਹਾਲ ਹੈ ਕਿ ਜਦੋਂ ਪ੍ਰਾਈਸ ਥੋੜੀ ਕੰਟਰੋਲ ਹੈ, ਲੋਕਾਂ ਤੱਕ ਪਹੁੰਚ ਜਾਂਦਾ ਸਭ ਕੁਝ, ਸਰਕਾਰ ਖਰੀਦਾਰ ਬਣ ਕੇ ਉਹਨਾਂ ਤੋਂ ਅੰਨ ਲੈ ਲੈਂਦੀ ਹੈ ਤੇ ਲੋਕਾਂ ਤੱਕ ਪਹੁੰਚਾ ਦਿੰਦੀ ਹੈ। ਇਹ ਉਸ ਹਾਲਾਤ ਵਿੱਚ ਹੈ ਜਦੋਂ ਸਰਕਾਰ ਦਾ ਰੋਲ ਬਿਲਕੁਲ ਮਿਨੀਮਮ ਹੋ ਜਾਣਾ, ਉਹਨਾਂ ਨੇ ਖਰੀਦਾਰੀ ਆਪਣੀ ਬਿਲਕੁਲ ਹੀ ਘੱਟ ਕਰ ਦੇਣੀ ਤੇ ਕਾਰਪੋਰੇਟਸ ਹੀ ਖਰੀਦਣਗੇ, ਕਾਰਪੋਰੇਟਸ ਹੀ ਵੇਚਣਗੇ। ਉਹ ਆਪਣੀ ਮਨਮਰਜ਼ੀ ਨਾਲ ਤੁਹਾਡੇ ਘਰ ਅਨਾਜ ਕਿਸਾਨ ਨਹੀਂ ਦੇਣਾ ਹੋਊਗਾ, ਤੁਹਾਡੇ ਘਰ ਅਨਾਜ ਕਾਰਪੋਰੇਟ ਦੀ ਬ੍ਰਾਂਡਿੰਗ ਹੋ ਕੇ ਦੁਕਾਨਾਂ ਚੋਂ, ਰੈਸਟੋਰੈਂਟ ਚੋਂ, ਉੱਥੋਂ ਆਉਣਾ ਹੈ। ਉਹ 5000 ਦਾ ਆਊਗਾ, ਤੁਹਾਨੂੰ ਲੈਣਾ ਪੈਣਾ ਹੈ। ਤੁਸੀਂ ਉਦੋਂ ਜਾ ਕੇ ਸਰਕਾਰਾਂ ਨਾਲ ਲੜੋਗੇ। ਫਿਰ ਇਹ ਕੀ ਕਰਤਾ ਜੀ, ਮਹਿੰਗਾਈ ਵਧ ਗਈ ਹੈ, ਹੋ ਗਿਆ, ਮਾੜਾ ਜਿਹਾ ਡੀਜ਼ਲ ਜਾਂ ਪੈਟਰੋਲ ਦੇ ਰੇਟ ਵੱਧ ਜਾਂਦੇ, ਆਪਾਂ ਬਸ ਕਰ ਦਿੰਦੇ ਆਪਣੀ, ਉਹ ਹੋਇਆ ਕੀ ਹੋ ਗਿਆ, ਕੀ ਹੋ ਗਿਆ। ਤੁਸੀਂ ਆਹ ਸੋਚੋ, ਜਿਹੜਾ 5 ਰੁਪਏ ਦਾ ਆਲੂ ਅੱਜ 500 ਰੁਪਏ ਦਾ ਪੀਜ਼ਾ ਬਣ ਕੇ ਆ ਰਿਹਾ ਤੁਹਾਡੇ ਕੋਲ, ਜਿਹੜਾ ਅਨਾਜ ਤੁਹਾਡਾ ਗੇਹੂੰ ਵੇਚਦਾ ਉਹ ਕੁਇੰਟਲ ਦੇ ਭਾਅ ਨਾਲ, ਉਹ ਤੁਹਾਡੇ ਕੋਲ ਜਦੋਂ ਪੀਜ਼ਾ ਬਰਗਰ ਬਣ ਕੇ ਆਉਂਦਾ, ਉਹ ਪੈਕ ਹੋ ਕੇ ਆਉਂਦਾ ਆਟੇ ਦੀ ਥਾਲੀ, ਕਿੰਨੇ ਦਾ ਆਉਂਦਾ? ਉਹ ਫੇਰ ਕਿੰਨੇ ਦਾ ਹੋਊਗਾ? ਉਹ ਲੜਾਈ ਮੇਰੀ ਲੜ ਰਹੇ ਆ, ਇਸ ਕਰਕੇ ਮੈਂ ਉਹਨਾਂ ਦੇ ਨਾਲ ਹਾਂ। ਬਿਲਕੁਲ, ਗਰੀਬ ਨੂੰ ਬਹੁਤਾ ਫਰਕ ਨਹੀਂ ਪੈਣਾ, ਉਹਨੂੰ ਤਾਂ ਅੰਨ ਵਿਚਾਰੇ ਨੂੰ ਮੰਗ ਕੇ ਲੈਣਾ ਹੁੰਦਾ, ਆਪਣੀ ਦਿਹਾੜੀ ਕਰਕੇ ਖਾਣਾ ਹੁੰਦਾ, ਉਹ ਖਾ ਲਊਗਾ ਕਿਸੇ ਮਰਜ਼ੀ। ਆਮ ਬੰਦੇ ਜਿਹੜੇ ਨੇ, ਇਹ ਦੇਸ਼ ਦਾ ਆਮ ਨਾਗਰਿਕ ਜਿਹੜੇ ਆਪਣੇ ਘਰਾਂ 'ਚ ਬੈਠੇ ਆ ਅੱਜ ਤੇ ਹੱਸ ਰਹੇ ਆ ਕਿ ਕੀ ਇਹ ਕਿਸਾਨਾਂ ਨੂੰ ਪਿਆ ਵਕਤਾ, ਸਰਕਾਰ ਤਾਂ ਕਹਿ ਰਹੀ ਆ ਲੈ ਲਓ, ਲੈ ਲਓ। ਸਰਕਾਰਾਂ ਖੈਰਾਤ ਨਹੀਂ ਦੇ ਰਹੀਆਂ। ਸਰਕਾਰਾਂ ਦਾ ਕੰਮ ਸੋਸ਼ਲ ਵੈਲਫੇਅਰ ਕਰਨਾ, ਆਪਣੇ ਬੰਦਿਆਂ ਦਾ ਨੁਮਾਇੰਦਾ ਬਣ ਕੇ ਆਪਣੇ ਬੰਦਿਆਂ ਦੀ ਫਿਕਰ ਕਰਨਾ ਹੁੰਦਾ, ਉਹਨਾਂ ਦੀ ਗੱਲ ਸੁਣਨਾ ਹੁੰਦਾ। ਆਪਣੀ ਗੱਲ ਸੁਣਾਉਣ ਵਾਸਤੇ ਸਰਕਾਰਾਂ ਨੂੰ ਆਪਾਂ ਪਾਰਲੀਮੈਂਟ ਹਾਊਸ ਦੇ ਵਿੱਚ ਬਿਠਾਉਂਦੇ ਆ। ਬਿਲਕੁਲ, ਲੜਾਈ ਸਾਡੀ ਲੜ ਰਹੇ ਆ। ਠੀਕ ਹੈ, ਕਿਸਾਨ ਆਪਣੀ ਲੜ ਰਹੇ। ਜੇ ਕਿਸਾਨਾਂ ਨੂੰ ਭੁਲੇਖਾ ਹੋਵੇ ਤਾਂ ਆਪਣੀ ਲੜਾਈ ਲੜ ਰਹੇ ਆ। ਬਿਲਕੁਲ ਠੀਕ ਹੈ। ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਕੱਲ ਨੂੰ ਸਾਡੀ ਵਾਰੀ ਪੱਕੀ। ਇਹ ਗੱਲ ਪੱਕੀ ਹੈ ਜਿਹੜੀ ਗੱਲ ਰਵਿੰਦਰ ਨਾਰਾਇਣ ਜੀ ਕਹਿ ਰਹੇ। ਇੱਕ ਪਾਸੇ ਜਦੋਂ ਪੂਰਾ ਮੁਲਕ ਖੜਾ ਹੈ ਕਿਸਾਨ ਭਾਈਚਾਰੇ ਦੇ ਨਾਲ, ਕਿੰਨੇ ਮਹੀਨਿਆਂ ਤੋਂ ਸਭ ਕੁਝ ਠੱਪ ਹੋ ਕੇ ਰਹਿ ਗਿਆ, ਪਰ ਸਰਕਾਰ ਦੀ ਇੰਨੀ ਅੜੀ ਕਿਉਂ ਹੈ?
ਸਰਕਾਰ ਕਹਿੰਦੀ ਹੈ ਕਿ ਅਮੈਂਡਮੈਂਟ ਸਾਡੇ ਤੋਂ ਕਰਾ ਲਓ, ਕਾਨੂੰਨ ਅਸੀਂ ਵਾਪਸ ਨਹੀਂ ਲੈਣੇ। ਔਰ ਅੱਜ ਇਦਾਂ ਲੱਗਿਆ ਕਿ ਪੂਰੀ ਦੇਸ਼ ਦੇ ਸਾਹਮਣੇ ਅੱਜ ਉਹ ਇਹ ਦੱਸਣਾ ਚਾਹੁੰਦੇ ਸੀਗੇ ਕਿ ਦੇਖੋ ਅਸੀਂ ਤਾਂ ਸਭ ਕੁਝ ਕਰਨ ਨੂੰ ਤਿਆਰ ਆ, ਪਰ ਕਿਸਾਨ ਮੰਨਣ ਨੂੰ ਤਿਆਰ ਨਹੀਂ। ਇਹ ਅੜੀ ਕਿਉਂ ਹੈ? ਇਹ ਈਗੋ ਹਰਟ ਹੁੰਦੀ ਹੈ ਜਾਂ ਇਹਦੇ ਪਿੱਛੇ ਰਣਨੀਤੀ ਕੁਝ ਹੋਰ ਹੈ? ਮੈਂ ਦੱਸਦਾ ਤੁਹਾਨੂੰ ਜੀ, ਰਣਨੀਤੀ ਤਾਂ ਹੈ ਹੀ ਹੈ ਕਿ ਚਲੋ ਕਾਰਪੋਰੇਟਸ ਦੇ ਪ੍ਰੈਸ਼ਰ ਅੰਦਰ, WTO ਦੇ ਪ੍ਰੈਸ਼ਰ ਅੰਦਰ, ਇੰਟਰਨੈਸ਼ਨਲ ਪ੍ਰੈਸ਼ਰ ਅੰਦਰ ਆਪਾਂ ਕਰ ਰਹੇ ਹਾਂ ਕਿ ਕਿਸਾਨੀ ਦੀ ਨਹੀਂ, ਆਪਾਂ ਕਮੋਡਿਟੀਜ਼ ਦੀ ਕਮੋਡਿਟੀ ਬਣਾ ਦੇਣਾ ਆਪਾਂ ਇਹਨੂੰ। ਉਹ ਗੱਲ ਤਾਂ ਹੈ ਹੀ ਹੈ। ਸਭ ਤੋਂ ਵੱਡੀ ਕੈਜੂਅਲਟੀ ਪਾਵਰ ਦੀ, ਐਬਸੋਲੂਟ ਪਾਵਰ ਦੀ ਹੁੰਦੀ ਹੈ, ਐਮਪੈਥੀ ਚਲੀ ਜਾਂਦੀ ਹੈ। ਤੁਸੀਂ ਦੂਜੇ ਦੀ ਫੀਲਿੰਗਸ, ਉਹਦੀ ਭਾਵਨਾ ਸਮਝਣਾ ਬੰਦ ਕਰ ਦਿੰਦੇ ਹੋ। ਪਾਵਰ ਤੁਹਾਡੇ ਕੋਲ ਆਉਂਦੀ ਹੈ, ਡਾਂਗ ਤੁਹਾਡੇ ਹੱਥ ਵਿੱਚ ਹੁੰਦਾ, ਤੁਹਾਨੂੰ ਲੱਗਦਾ ਇਹ ਸੋਟਾ ਮੈਂ ਕਿਤੇ ਵੀ ਫੇਰਦਾ, ਜੋ ਮੇਰਾ ਦਿਲ ਕਹਿ ਰਿਹਾ ਠੀਕ ਹੈ ਉਹੀ ਠੀਕ ਹੈ। ਫਿਰ ਮੈਂ ਆਪਣੀ ਅੜੀ ਤੇ ਆ ਜਾਂਦਾ। ਮੈਂ ਭੁੱਲ ਜਾਂਦਾ ਕਿ ਸਰਕਾਰਾਂ ਜਿਹੜੀਆਂ ਉਹਨਾਂ ਦਾ ਰੋਲ ਪਿਓ ਵਰਗਾ ਹੋਣਾ ਚਾਹੀਦਾ। ਮੈਂ ਕਹਿੰਦਾ ਮੈਰਿਟ ਤੇ ਵੀ ਨਾ ਜਾਈਏ ਜੀ, ਆਪਾਂ ਭੁੱਲ ਜਾਈਏ ਕਿ ਕਿਸਾਨ ਠੀਕ ਹੈ ਗਲਤ ਹੈ ਕੀ ਹੈ। ਬੱਚੇ ਹੈ ਨਾ ਸਰਕਾਰ ਦੇ, ਪਿਓ ਹੈ ਨਾ ਸਰਕਾਰ, ਤੇ ਬੱਚੇ ਹੈ। ਬੱਚਾ ਅੜੀ ਤੇ ਵੀ ਆ ਜਾਵੇ ਤੇ ਪਿਓ ਕੀ ਕਹਿੰਦਾ ਉਹਨੂੰ, ਘਰੋਂ ਨੱਠ ਜਾ ਤੂੰ, ਮੈਂ ਤੈਨੂੰ ਡਾਂਗ ਮਾਰਾਂਗਾ। ਉਹ ਕਹਿੰਦਾ ਚੱਲ ਯਾਰ ਤੂੰ ਜੋ ਕਹਿੰਦਾ ਭਾਈ ਮੈਂ ਮੰਨ ਜਾਂਦਾ, 2 ਦਿਨ ਬਾਅਦ 3 ਦਿਨ ਬਾਅਦ ਮੈਂ ਫਿਰ ਤੇਰੇ ਨਾਲ ਬਹਿ ਜਾਵਾਂਗਾ, ਸਮਝਾ ਲਾਂਗਾ ਤੈਨੂੰ। ਇਹ ਤਾਂ ਕਹਿੰਦੇ ਸਮਝਾਉਣਾ ਨਹੀਂ, ਆਪਾਂ ਸਮਝਾਤਾ, ਇਹ ਤੁਹਾਡੇ ਹੱਕ ਦੀ ਗੱਲ ਹੈ, ਇਹ ਕਰਨੀ ਹੀ ਕਰਨੀ ਹੈ। ਅੱਛਾ ਤੈਨੂੰ ਚੰਗਾ ਨਹੀਂ ਲੱਗ ਰਿਹਾ, ਚੱਲ ਟੌਫੀ ਦੇ ਨਾਲ ਮੈਂ ਤੈਨੂੰ ਨਾ ਇੱਕ ਪੁੜੀਆ ਵੀ ਦੇ ਦਿੰਦਾ, ਤੇ ਚੱਲ ਤੈਨੂੰ ਪੁੜੀਆ ਜੇ ਚੰਗੀ ਨਹੀਂ ਲੱਗ ਰਹੀ ਤੇ ਚੂਰਨ ਦੀ ਗੋਲੀ ਵੀ ਲੈ ਲੈ ਨਾਲ, ਕੋਈ ਗੱਲ ਨਹੀਂ, ਖੁਸ਼ ਹੋ ਜਾ ਭਾਈ ਐਸੇ ਨਾ, ਪਰ ਇਹ ਤੈਨੂੰ ਲੈਣੀ ਹੈ, ਇਹ ਟੌਫੀ ਲੈਣੀ ਹੈ ਤੈਨੂੰ। ਇਹ ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ ਜੀ, ਉਹ ਕਹਿੰਦਾ ਨਾ ਮੈਂ ਤਾਂ ਦੇਣੀ ਹੈ, ਤੇਰੇ ਲਈ ਵਧੀਆ। ਮਤਲਬ ਕੋਈ ਡਾਕਟਰ ਇੱਦਾਂ ਕਹੇ ਨਾ ਕਿ ਬਈ ਇਹ ਗੋਲੀ ਤੂੰ ਖਾਣੀ ਖਾਣੀ ਹੈ, ਤੇਰੇ ਲਈ ਵਧੀਆ, ਤਾਂ ਵੀ ਸਮਝ ਆਵੇ ਗੱਲ ਜੀ। ਇਹ ਡਾਕਟਰ ਥੋੜ੍ਹੇ ਆ, ਇਹਨਾਂ ਨੂੰ ਕਿਵੇਂ ਮਰਜ਼ ਪਤਾ? ਇਹਨਾਂ ਨੇ ਕਿਸੇ ਨੇ ਗੱਲ ਹੀ ਨਹੀਂ ਕੀਤੀ। ਜਿਹੜਾ ਮਰੀਜ਼ ਹੈ ਉਹਨੂੰ ਪੁੱਛ ਤਾਂ ਲਵੇ, ਤੇਰੀ ਟਾਂਗ ਵਿੱਚ ਦਰਦ ਹੈ, ਤੇਰੀ ਲੱਤ ਵਿੱਚ ਦਰਦ ਹੈ, ਤੇਰੇ ਹੱਥ ਵਿੱਚ ਦਰਦ ਹੈ, ਤੇ ਮੈਂ ਗੋਲੀ ਦੇ ਰਿਹਾ ਅੱਖਾਂ ਦੀ। ਬਈ ਮੈਂ ਕਹਿ ਰਿਹਾ ਮੇਰੀ ਅੱਖਾਂ ਠੀਕ ਚੱਲਦੀਆਂ, ਮੈਨੂੰ ਠੀਕ ਦਿਖ ਰਿਹਾ। ਨਾ 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 ਨਾ, ਤੇਰੇ ਨਾ ਗੋਡੇ 'ਚ ਪ੍ਰੋਬਲਮ ਹੈ, ਇਸ ਕਰਕੇ ਤੈਨੂੰ ਠੀਕ ਨਹੀਂ ਦਿਸ ਰਿਹਾ, ਤੇ ਗੋਡੇ ਦੀ ਦਵਾਈ ਦਵਾਂਗਾ ਮੈਂ, ਤੂੰ ਲੈ। ਅੱਛਾ ਨਾਲ ਤੂੰ ਗਲੇ ਦੀ ਵੀ ਲੈ ਲੈ, ਨਾਲ ਤੂੰ ਚੱਲ ਦੂਜੀ ਵੀ ਲੈ ਲੈ। ਇਹ ਨਹੀਂ ਹੁੰਦਾ ਜੀ। ਕਦੇ ਵੀ ਪਿਓ ਜਿਹੜਾ ਹੈ ਉਹ ਪੁੱਤਰ ਨਾਲ ਇਹ ਨਹੀਂ ਕਰਦਾ, ਆਪਣੇ ਬੱਚਿਆਂ ਨਾਲ ਇਹ ਨਹੀਂ ਕਰਦਾ, ਕਦੇ ਵੀ ਨਹੀਂ ਕਰਦਾ। ਇਹ ਅੜੀ ਤਾਂ ਹੁੰਦੀ ਹੈ ਜਦੋਂ ਐਬਸੋਲੂਟ ਪਾਵਰ ਆਉਂਦੀ ਹੈ, ਤੇ ਮੈਨੂੰ ਇਹ ਲੱਗਦਾ ਜੋ ਮੈਂ ਕਹਿਤਾ ਬਸ ਉਹ ਕਹਿਤਾ, ਤੇ ਗੰਦੀ ਆਦਤਾਂ ਤੁਹਾਨੂੰ ਪੈ ਜਾਂਦੀਆਂ। ਬਿਲਕੁਲ ਠੀਕ ਹੈ, ਇਹ ਪੈ ਜਾਂਦੀ। ਲੋਕ ਪਵਾ ਦਿੰਦੇ ਨੇ ਉਹਨੂੰ ਸਿਰ ਤੇ ਚੱਕ ਕੇ ਰੱਬ ਬਣਾ ਦਿੰਦੇ ਆ, ਤੇ ਰੱਬ ਕਹਿੰਦਾ ਮੈਂ ਹੀ ਦੁਨੀਆ ਚਲਾਉਣੀ ਹੈ। ਅਸੀਂ ਹੁਣ ਦੇਖਿਆ ਵੀ ਹੈ, ਤੁਸੀਂ ਪਿਛਲੇ 6 ਸਾਲਾਂ ਦਾ ਦੇਖ ਲਓ, 6 ਸਾਲਾਂ ਦੇ ਵਿੱਚ ਪੰਗਾ ਹੋ ਗਿਆ। ਅਜਿਹਾ ਲੱਗਿਆ ਕਿ ਸਰਕਾਰ ਨੂੰ ਅਸੀਂ ਜੋ ਬਣਾਤਾ ਉਹ ਅਸੀਂ ਵਾਪਸ ਨਹੀਂ ਲੈਣਾ, ਜੋ ਕਹਿਤਾ ਅਸੀਂ ਕਰ ਦਿੱਤਾ, ਉਹਦੇ ਲਈ ਕੋਈ ਜਿੰਨਾ ਮਰਜ਼ੀ ਕੁਝ ਕਹੀ ਜਾਵੇ ਉਹ ਅਸੀਂ ਵਾਪਸ ਨਹੀਂ ਲੈਣਾ। ਜਦੋਂ ਇਦਾਂ ਦੀਆਂ ਆਦਤਾਂ ਪੈ ਜਾਣ ਤਾਂ ਸ਼ਾਇਦ ਉੱਥੇ ਗਲਤੀ ਹੁੰਦੀ ਹੈ। ਤੇ ਗਲਤੀ ਰਵਿੰਦਰ ਜੀ ਇਹ ਹੋ ਗਈ ਹੈ ਕਿ ਇਸ ਵਾਰ ਪੰਜਾਬੀਆਂ ਨਾਲ ਪੰਗਾ ਪੈ ਗਿਆ, ਕਿਉਂਕਿ ਸਾਡੇ ਤਾਂ ਲਹੂ ਦੇ ਵਿੱਚ ਹੀ ਇਹ ਚੀਜ਼ਾਂ ਨੇ। ਕਦੇ ਵੀ ਦਿੱਲੀ ਨੇ ਇਨਸਾਫ ਪੰਜਾਬ ਨਾਲ ਕੀਤਾ ਹੀ ਨਹੀਂ। ਬਿਲਕੁਲ। ਅੱਛਾ ਇਹਨਾਂ ਦਾ ਡਾਇਰੈਕਟ ਵਾਹ ਪਿਆ ਵੀ ਨਹੀਂ ਕਦੇ ਪੰਜਾਬੀਆਂ ਨਾਲ, ਵਾਇਆ ਪੈਂਦਾ ਸੀ। ਇਹਨਾਂ ਨੂੰ ਸਮਝ ਹੈ ਨਹੀਂ ਕਿ ਇਹ ਕਿਹਦੀ ਹੈਰੀਟੇਜ ਤੋਂ ਆਉਂਦੇ ਆ, ਇਹ ਕਿਹਦੀ ਔਲਾਦ ਹੈਗੇ। ਇਹ ਉਹਨਾਂ ਮਾਵਾਂ ਦੀ ਔਲਾਦ ਹੈ ਜਿਹੜੇ ਆਪਣੇ ਬੱਚਿਆਂ ਨੂੰ ਠੰਡੇ ਬੁਰਜ ਤੇ ਰੱਖਦੀ ਸੀਗੀਆਂ, ਪਤਾ ਹੁੰਦੇ ਕਿ ਇਹ ਕਦੇ ਵੀ ਜਾ ਸਕਦੇ, ਬੱਚੇ ਮੇਰੀ ਨਜ਼ਰਾਂ ਦੇ ਸਾਹਮਣੇ। ਇਹ ਉਹਨਾਂ ਪੁੱਤ ਹੈ ਉਹਨਾਂ ਪਿਓ ਦੇ ਜਿਨ੍ਹਾਂ ਨੇ ਕਿਹਾ ਕਿ ਮੈਂ ਚਾਰ ਗਏ ਸੋ ਕੀ ਹੋਇਆ, ਜੀਵਤ ਕਈ ਹਜ਼ਾਰ। ਇਹ ਜੀਵਤ ਕਈ ਹਜ਼ਾਰ, ਇਹ ਉਹ ਹਜ਼ਾਰਾਂ ਹੈ, ਉਹ ਪਿਓ ਦੀ ਪੁੱਤ ਹੈਗੇ ਹੈ। ਇਹ ਨਹੀਂ ਹਟਦੇ। ਇਹਨਾਂ ਨੇ ਸੋਚ ਲਿਆ ਕਿ ਸਾਡੇ ਨਾਲ ਨਾ ਇਨਸਾਫੀ ਹੈ, ਤੇ ਸਾਡੇ ਨਾਲ ਨਹੀਂ, ਦੇਸ਼ ਨਾਲ ਨਾ ਇਨਸਾਫੀ ਹੈ। ਇਹ ਆਪਣੀ ਲੜਾਈ ਨਹੀਂ, ਦੇਸ਼ ਦੀ ਲੜਾਈ ਲੜ ਰਹੇ ਆ, ਤੇ ਇਹ ਨਹੀਂ ਹਟਦੇ। ਇਹ ਤੁਸੀਂ ਪਾਣੀ ਚਲਾ ਲਓ, ਕੁਝ ਕਰ ਲਓ, ਇਹਨਾਂ ਨੇ ਵਾਹਿਗੁਰੂ ਕਰੇ ਰਹਿਣਾ ਤੇ ਬੈਠੇ ਰਹਿਣਾ। ਤੇ ਜਿਹੜੇ ਡਾਂਗ ਮਾਰ ਰਹੇ ਆ ਉਹਨਾਂ ਨੂੰ ਆਪ ਇਹ ਲੰਗਰ ਖਵਾ ਰਹੇ, ਉਹਨਾਂ ਨੂੰ ਕਹਿ ਰਹੇ ਵੀ ਤੁਸੀਂ ਲੰਗਰ ਛਕ ਲਓ, ਫਿਰ ਕੁੱਟ ਲੈਣਾ ਸਾਨੂੰ। ਦੁਨੀਆ 'ਚ ਨਹੀਂ ਮਿਲੇਗੀ ਮਿਸਾਲ ਇਹ, ਇਹਨਾਂ ਨੂੰ ਕੋਈ ਹਰਾ ਹੀ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਡਿਲੇ ਕਰੀ ਚੱਲੋ, ਜੋ ਮਰਜ਼ੀ ਕਰੀ ਚੱਲੋ, ਇਹ ਨਹੀਂ ਹਟ ਰਿਹਾ। ਸੱਚ ਦੀ ਲੜਾਈ ਹੈ, ਸੱਚ ਨੇ ਜਿੱਤਣਾ ਹੀ ਜਿੱਤਣਾ। ਬਿਲਕੁਲ ਠੀਕ ਹੈ, ਕਿਉਂਕਿ ਆਮ ਤੌਰ ਤੇ ਸਰਕਾਰਾਂ ਇਹ ਸੋਚਦੀਆਂ ਕਿ ਸੰਘਰਸ਼ ਜਿੰਨਾ ਲੰਬਾ ਜਾਏਗਾ, ਥੱਕ ਕੇ ਟੁੱਟ ਕੇ ਹਾਰ ਕੇ ਲੋਕ ਸ਼ਾਇਦ ਘਰਾਂ ਨੂੰ ਤੁਰ ਜਾਣਗੇ, ਪਰ ਇੱਕ ਨਜ਼ਰ ਸਰਕਾਰ ਨੂੰ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਸੰਘਰਸ਼ ਨੂੰ ਕਿ ਇਹ ਕਾਫਲਾ ਪਹਿਲਾਂ ਕਿੰਨੇ ਕਿਲੋਮੀਟਰ ਦਾ ਸੀ ਔਰ ਹੁਣ ਕਿੰਨੇ ਕਿਲੋਮੀਟਰ ਦਾ ਹੋ ਗਿਆ। ਹਮੇਸ਼ਾ ਲੋਕਤੰਤਰ ਦੀ ਤਾਕਤ ਰਿਹਾ ਸੰਵਾਦ, ਡਾਇਲੋਗ ਨਹੀਂ ਬੰਦ ਹੋਣਾ ਚਾਹੀਦਾ, ਸੰਵਾਦ ਹੋਣਾ ਚਾਹੀਦਾ। ਅੱਜ ਪ੍ਰੈਸ ਕਾਨਫਰੰਸ 'ਚ ਵੀ ਇਹਨਾਂ ਨੇ ਕਿਹਾ ਕਿਸਾਨਾਂ ਨੂੰ ਕਿ ਤੁਸੀਂ ਸੰਵਾਦ ਕਰੋ, ਸਾਡੇ ਨਾਲ ਗੱਲਬਾਤ ਕਰੋ। ਔਰ ਕਿਸਾਨ ਕਹਿੰਦੇ ਨੇ ਕਿ ਸੰਵਾਦ ਤਾਂ ਕਰੀਏ ਜੇ ਸਾਨੂੰ ਕੁਝ ਨਜ਼ਰ ਆਉਂਦਾ ਹੋਵੇ। ਤੁਸੀਂ ਲਗਾਤਾਰ ਸਾਨੂੰ ਇਹ ਕਹਿੰਦੇ ਹੋ ਕਿ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਕਾਨੂੰਨ ਵਾਪਸ ਨਹੀਂ ਲੈਂਦੇ। ਤੁਹਾਨੂੰ ਇਸ ਸਰਕਾਰ ਦੇ ਵਿੱਚ ਇਹ ਨਜ਼ਰ ਆਉਂਦਾ ਕਿ ਕਿਸਾਨੀ ਨੂੰ ਸਮਝਣ ਵਾਲਾ ਲੀਡਰ ਨਹੀਂ ਹੈ ਕੋਈ? ਉਹ ਲੀਡਰ ਕਿਤੇ ਨਾ ਕਿਤੇ ਮਿਸਿੰਗ ਹੈ ਜਿਹੜਾ ਕਿਸਾਨੀ ਨੂੰ ਸਮਝ ਸਕਦਾ ਹੋਵੇ? ਨਹੀਂ, ਕਿਸਾਨੀ ਨੂੰ ਸਮਝਣ ਦੀ ਲੋੜ ਨਹੀਂ ਹੈ, ਬੰਦੇ ਨੂੰ ਬੰਦਾ ਸਮਝਣ ਦੀ ਲੋੜ ਹੈ। ਇੱਕ ਜੈਨੂਇਨ ਸਿਟੀਜ਼ਨ ਨੂੰ ਸਿਟੀਜ਼ਨ ਸਮਝਣ ਦੀ ਲੋੜ ਹੈ।
ਇਹ ਕੋਈ ਬਾਹਰੋਂ ਨਹੀਂ ਆ ਰਹੇ ਕਿ ਸਾਨੂੰ ਆ ਦੇ ਦਿਓ ਆਪਣੇ ਹੀ ਬੰਦੇ ਆ। ਬਿਲਕੁਲ ਇਹਨਾਂ ਨੇ ਸਾਨੂੰ ਬਿਠਾਇਆ ਹੈ। ਡਾਇਲੌਗ ਤਾਂ ਕੰਟੀਨਿਊਅਸ ਹੋਣਾ ਚਾਹੀਦਾ, ਡਾਇਲੌਗ ਹੋ ਹੀ ਨਹੀਂ ਰਿਹਾ ਇਹਨਾਂ ਨਾਲ ਨਹੀਂ। ਡਾਇਲੌਗ ਤਾਂ ਆਪਾਂ ਕਿਸੇ ਨਾਲ ਵੀ ਨਹੀਂ ਕਰ ਰਹੇ। ਇਹ ਬਿਲਕੁਲ ਠੀਕ ਕਹਿ ਰਹੇ ਕੁਮਾਨ ਸਾਹਿਬ ਜੀ, ਆਪਾਂ ਤਾਂ ਮੋਨੋਲੌਗ ਚਲਾਈ ਜਾ ਰਹੇ ਹਾਂ, ਗੱਲ ਸੁਣਨੀ ਨਹੀਂ ਆਪਾਂ ਕਿਸੇ ਦੀ। ਜਦ ਬਹੁਤ ਪ੍ਰੈਸ਼ਰ ਪੈ ਜਾਂਦਾ ਹੈ, ਕੁਝ ਹੋ ਜਾਂਦਾ ਤਾਂ ਕਹਿੰਦੇ ਚੱਲ ਕੁਝ ਸੁਣਾ ਜਾ, ਕੀ ਕਹਿ ਰਿਹਾ ਤੂੰ, ਸੁਣ ਲੈਂਦਾ ਮੈਂ, ਫਿਰ ਦੱਸਾਂਗਾ ਮੈਂ ਸੁਣ ਕੇ ਤੇਰੀ ਗੱਲ ਕਿ ਕੀ ਕਰਾਂਗਾ ਮੈਂ। ਪਰ ਇੱਕ ਗੱਲ ਜ਼ਰੂਰ ਹੈ, ਜਿਹੜਾ ਸਵਾਲ ਚੁੱਕਦਾ ਹੈ ਉਹਨੂੰ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਐਂਟੀ ਨੈਸ਼ਨਲਿਸਟ ਹੈ। ਸੰਵਾਦ ਕਰਨ ਦੀ ਬਜਾਏ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਐਂਟੀ ਨੈਸ਼ਨਲਿਸਟ ਹੈ। ਉਹ ਸੈੱਟ ਗੱਲਾਂ ਜੀ, ਸੈੱਟ ਪੈਟਰਨ ਹੈ। ਖਾਲਿਸਤਾਨੀ ਨੇ, ਐਂਟੀ ਨੈਸ਼ਨਲ ਨੇ, ਇਹ ਸਾਰੇ ਨੇ। ਇਹ ਕਿਸਾਨ ਜਿਹੜੇ ਨਾ ਇਸ ਵੇਲੇ ਦੇਸ਼ ਦੀ ਲੜਾਈ ਲੜ ਰਹੇ, ਇਹਨਾਂ ਤੋਂ ਵੱਧ ਨੈਸ਼ਨਲਿਸਟ ਕੌਣ ਹੈ ਜੀ? ਸਾਡੀ ਲੜਾਈ ਲੜ ਰਹੇ। ਆਪਾਂ ਉਹਨਾਂ ਨੂੰ ਕਹੀ ਜਾਂਦੇ ਆ ਵੱਖਵਾਦੀ ਨੇ, ਡੇਂਜਰਸ ਐਲੀਮੈਂਟ ਨੇ। ਮੈਂ ਤਾਂ ਬੜਾ ਹੈਰਾਨ ਹਾਂ ਕਿ ਮਰ ਰਹੇ ਹੈ, ਲੜ ਕੀ ਰਹੇ, ਮਰ ਰਹੇ ਹੈ, ਸੈਕਰੀਫਾਈਸ ਦੇ ਰਹੇ ਹੈ। ਉਹ ਚੀਨੀ ਜਨਰਲ ਦੀ ਜਿਹੜੀ ਗਰਦਨ ਦਬੋਚ ਕੇ ਲਿਆਇਆ ਸੀ ਨਾ, ਉਹ ਸਿੱਖ ਸੀਗਾ। ਇਹ ਜਿਹੜੇ ਲੋਕ ਐਡਵਾਈਸ ਦੇ ਰਹੇ ਨਾ ਪ੍ਰਧਾਨ ਮੰਤਰੀ ਨੂੰ, ਸਰਕਾਰ ਨੂੰ ਜਿਹੜੇ ਐਡਵਾਈਸ ਦੇ ਰਹੇ ਹੈ, ਉਹ ਬੜੇ, ਮੈਂ ਸਮਝਦਾ ਉਹ ਬੜੇ ਗਲਤ ਰਸਤੇ ਲੈ ਜਾ ਰਹੇ ਉਹਨਾਂ ਨੂੰ। ਇਹ ਸਿਰਫ ਪ੍ਰਧਾਨ ਮੰਤਰੀ ਦਾ ਦਿਮਾਗ ਨਹੀਂ ਹੋ ਸਕਦਾ, ਇਹ ਸਿਰਫ ਕ੍ਰਿਸ਼ੀ ਮੰਤਰੀ ਦਾ ਦਿਮਾਗ ਨਹੀਂ ਹੋ ਸਕਦਾ ਜੋ ਕੁਝ ਉਹ ਕਹਿ ਰਹੇ ਹੈ। ਉਹ ਲੋਕਾਂ ਚੋਂ ਨਿਕਲੇ ਆ, ਮੈਨੂੰ ਨਹੀਂ ਲੱਗਦਾ। ਇਹ ਜਿਹੜੇ ਐਡਵਾਈਸ ਦਿੰਦੇ ਆ, ਜਿਹੜੇ ਪਾਲਿਸੀਆਂ ਬਣਵਾਉਂਦੇ ਤੇ ਉਹਨਾਂ ਤੇ ਸਟਿਕ ਕਰਾਉਂਦੇ ਆ, ਉਹਨਾਂ ਨੂੰ ਨਹੀਂ ਸਮਝ ਨਹੀਂ ਆ ਰਹੀ। ਉਹਨਾਂ ਨੂੰ ਲੱਗ ਰਿਹਾ ਵੀ ਜਿਵੇਂ 6 ਸਾਲ ਤੋਂ ਕਰਾਈ ਜਾ ਰਹੇ ਸਾਰੇ ਕੰਮ, ਇਹ ਵੀ ਚੱਲੀ ਜਾਊਗਾ। ਗੱਲ ਇਹ ਹੈ ਕਿ ਲੀਡਰਸ਼ਿਪ ਇਸ ਵੇਲੇ ਪੰਜਾਬੀਆਂ ਦੇ ਡਾਇਰੈਕਟ ਹੱਥ ਵਿੱਚ ਆ ਗਈ ਹੈ। ਪੋਲੀਟੀਸ਼ੀਅਨਸ ਬਾਹਰ ਹੋ ਗਏ ਤੇ ਤੁਸੀਂ ਕਿਸੇ ਦੇ ਉੱਤੇ ਦਬਾਅ ਨਹੀਂ ਪਾ ਸਕੋਗੇ, ਹੁਣ ਕੋਈ ਡੀਲ ਨਹੀਂ ਕਰ ਸਕੋਗੇ। ਜੋ ਸੱਚ ਹੈ ਉਹ ਸੱਚ ਤੇ ਅਡਿਗ ਰਹਿਣਗੇ। ਇਹ ਹੈ ਪੰਜਾਬ, ਇਹ ਸਮਝਣਾ ਪਏਗਾ। ਇਹ ਦੇਸ਼ ਲਈ ਲੜਦਾ ਹੈ, ਸਦੀਆਂ ਤੋਂ ਲੜਦਾ ਹੈ। ਇਹਨਾਂ ਨੇ ਸਿਕੰਦਰ ਮੋੜ ਤੇ, ਇਹਨਾਂ ਨੇ ਨਦੀਆਂ ਦੇ ਮੂੰਹ ਮੋੜ ਤੇ, ਜੰਗਾਂ ਦੇ ਰੁੱਖ ਮੋੜ ਤੇ। ਇਹ ਸੱਚ ਤੇ ਅਡਿਗ ਰਹਿਣਗੇ, ਇਹ ਨਹੀਂ ਹਟਣਗੇ।